सुंदरी कांड 10वां। ਸੁੰਦਰੀ ਜਿਸ ਵੇਲੇ ਆਪਣੇ ਪਿਆਰੇ ਭਰਾਵਾਂ ਵਿੱਚੋਂ ਪਿੰਡ ਨੂੰ ਤੁਰੀ ਸੀ, ਉਸ ਤੋਂ ਪਲ ਕੁ ਮਗਰੋਂ ਸਰਦਾਰ ਸ਼ਾਮ ਸਿੰਘ, ਬਲਵੰਤ ਸਿੰਘ ਅਰ ਹੋਰ ਮੁਖੀਏ ਪੁਰਖ ਇਕੱਠੇ ਹੋ ਕੇ ਬੈਠੇ ਵਿਚਾਰਾਂ ਕਰ ਰਹੇ ਸਨ ਕਿ ਜਿੱਥੇ ਅਸੀਂ ਲੁਕੇ ਦਿਨ ਗੁਜ਼ਾਰ ਰਹੇ ਹਾਂ, ਇਹ ਥਾਂ ਵੀ ਹੁਣ ਬਚਣ ਨੂੰ ਨਹੀਂ। ਜੋ ਅਵਾਈਆਂ ਲੱਖੂ ਦੀਆਂ ਆ ਰਹੀਆਂ ਹਨ, ਭਿਆਨਕ ਹਨ। ਠੀਕ ਉਸ ਵੇਲੇ ਇੱਕ ਹੋਰ ਸਿੰਘ, ਜਿਸ ਦਾ ਨਾਮ ਬਿਜਲਾ ਸਿੰਘ ਸੀ, ਆ ਪਹੁੰਚਾ। ਇਸ ਨੂੰ ਸ਼ਾਮ ਸਿੰਘ ਨੇ ਪਛਾਤਾ, ਆਦਰ ਨਾਲ ਪਾਸ ਬਿਠਾਇਆ ਤੇ ਦੂਸਰੇ ਜਥਿਆਂ ਦੀ ਸੁੱਖ ਸਾਂਦ ਪੁੱਛੀ। ਬਿਜਲਾ ਸਿੰਘ ਨੇ ਬੇਨਤੀ ਕੀਤੀ ਕਿ ਮੈਨੂੰ ਖਾਲਸਾ ਜੀ ਨੇ ਘੱਲਿਆ ਹੈ। ਤੁਸਾਂ ਨੂੰ ਪਤਾ ਹੈ ਕਿ ਲਖਪਤ ਰਾਏ ਨੇ ਡਾਢਾ ਹਨੇਰ ਚੁੱਕਿਆ ਹੋਇਆ ਹੈ। ਕਤਲਾਮ ਸ਼ੁਰੂ ਹੈ। ਧਰਮਸਾਲਾਂ ਦੀ ਬੇਅਦਬੀ ਕੀਤੀ ਹੈ। ਕਈ ਥਾਂ ਪੋਥੀਆਂ ਸਾੜੀਆਂ ਹਨ ਤੇ ਸਾਰੇ ਦੇਸ਼ ਅੰਦਰ ਕਸਮਾਨ ਚੌਦੇ ਮਚਾ ਰੱਖੀ ਹੈ। ਸੋ ਇਸ ਕਰਕੇ ਸਰਦਾਰ ਜੱਸਾ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਸੁੱਖਾ ਸਿੰਘ ਗੱਲ ਕਿ ਸਾਰੇ ਸਰਦਾਰ ਇਕੱਠੇ ਹੋ ਰਹੇ ਹਨ, ਕਿਉਂਕਿ ਲਖੂ ਰਾਵੀ ਦੇ ਝਲਾਂ ਦੇ ਹੋਰ ਲੁਕੇਵਿਆਂ ਤੋਂ ਖਾਲਸਾ ਨੂੰ ਕੱਢ ਰਿਹਾ ਹੈ। ਤੁਸੀਂ ਵੀ ਉਧਰ ਚਾਲੇ ਪਾ ਜਾਓ। ਇਸ ਪਾਸੇ ਵੀ ਦੁਸ਼ਮਣ ਸੈਨਾ ਝਲਾਂ ਬੰਨਾਂ ਨੂੰ ਖੋਜਣ ਆ ਰਹੀ ਹੈ। ਤੁਸੀਂ ਇੱਥੇ ਅਮਨ ਵਿੱਚ ਨਹੀਂ ਰਹਿ ਸਕਦੇ। ਇਹ ਗੱਲ ਸੁਣ ਕੇ ਸ਼ਾਮ ਸਿੰਘ ਨੇ ਕਿਹਾ, 7 ਬਚਨ। ਕਿਉਂ ਭਾਈ ਬਲਵੰਤ ਸਿੰਘਾ, ਖਾਲਸਾ ਜੀ ਨੂੰ ਆਖ ਦੇਵੋ ਜੋ ਕਮਰ ਕੱਸੇ ਕਰਕੇ ਚੜ੍ਹਾਈ ਦਾ ਤਿਆਰਾ ਕਰ ਲੈਣ। ਹੁਣ ਤਾਂ ਸੂਰਜ ਡੁੱਬਣ ਦਾ ਵੇਲਾ ਹੈ। ਇੱਕ ਅੱਧ ਦਿਨ ਵਿੱਚ ਸਭ ਕੁਝ ਹੋ ਜਾਵੇ ਤੇ ਫਿਰ ਤੜਕੇ ਤਾਰਿਆਂ ਦੀ ਛਾਵੇਂ ਕੂਚ ਹੋ ਜਾਵੇ। ਹਾਂ ਭਾਈ ਬਿਜਲਾ ਸਿੰਘ, ਇਕੱਠੇ ਕਿੱਥੇ ਹੋਣਾ ਹੈ? ਬਿਜਲਾ ਸਿੰਘ, ਮਹਾਰਾਜ ਜੀ ਹਾਲੇ ਕਾਹਨੂੰਵਾਲ ਦੇ ਸ਼ੰਭ ਕੋਲ ਸੰਘਣੇ ਬਣ ਵਿੱਚ ਜਾ ਰਹੇ ਹਨ। ਬਲਵੰਤ ਸਿੰਘ, ਤਾਂ ਅਸਾਂ ਹੁਣ ਬਨੋ ਬਨ ਚੱਲਣਾ ਹੈ ਕਿ ਦੇਸ਼ ਵਿੱਚੋਂ ਦੀ? ਬਿਜਲਾ ਸਿੰਘ, ਦੇਸ਼ ਵਿੱਚੋਂ ਹੀ ਫੱਟ ਦੇ ਕੇ ਨਿਕਲ ਚਲੋ। ਇਸ ਬੰਨੇ ਤੁਰਕ ਅਜੇ ਕੁਛ ਅਵੇਸਲੇ ਪਏ ਹਨ। 4-5 ਦਿਨਾਂ ਬਾਅਦ ਤੁਮਨ ਇੱਧਰ ਵੀ ਆ ਨਿਕਲਣਗੇ। ਬਲਵੰਤ ਸਿੰਘ, 7 ਬਚਨ। 7 ਬਚਨ ਕਹਿ ਕੇ ਬਲਵੰਤ ਸਿੰਘ ਲੰਗਰ ਵੱਲ ਗਿਆ। ਅੱਗੋਂ ਸੁੰਦਰੀ ਨੂੰ ਨਾ ਦੇ ਕੇ ਪੁੱਛਿਆ। ਧਰਮ ਕੌਰ ਬੋਲੀ ਕਿ ਭੈਣ ਅੱਜ ਪਿੰਡ ਗਈ ਹੋਈ ਹੈ। ਬਲਵੰਤ ਸਿੰਘ ਵਿਚਾਰੇ ਨੂੰ ਕੀ ਪਤਾ ਸੀ ਕਿ ਭੈਣ ਕਿਹੜੇ ਦੁੱਖ ਨੂੰ ਫੜੀ ਗਈ ਹੈ। ਉਹ ਮਾਮੂਲੀ ਗੱਲ ਸਮਝ ਕੇ ਚਲਿਆ ਗਿਆ ਅਰ ਖਾਲਸੇ ਜੀ ਨੂੰ ਕੋਚ ਦੀ ਖਬਰ ਸੁਣਾ ਕੇ ਫਿਰ ਸਰਦਾਰ ਹੁਰਾਂ ਪਾਸ ਆ ਬੈਠਾ। ਇੱਥੇ ਅੱਗੇ ਗੱਲਾਂ ਬਾਤਾਂ ਛਿੜੀਆਂ ਹੋਈਆਂ ਸਨ। ਬਿਜਲਾ ਸਿੰਘ ਸਿੱਖਾਂ ਦੇ ਦੁਖੜੇ ਤੇ ਲਖਪਤ ਰਾਏ ਦੇ ਧੱਕੇ ਇਉਂ ਸੁਣਾ ਰਿਹਾ ਸੀ। ਬਿਜਲਾ ਸਿੰਘ, ਬਸ ਸਰਦਾਰ ਜੀ, ਜਿਸ ਵੇਲੇ ਲਖਪਤ ਰਾਏ ਨੂੰ ਖਬਰ ਪਹੁੰਚੀ ਭਈ ਮੇਰੇ ਭਰਾ ਨੇ ਸਿੱਖਾਂ ਨੂੰ ਤੰਗ ਕੀਤਾ ਹੈ ਤੇ ਦੱਬੀ ਜਾਂਦਾ ਸੀ, ਤਾਂ ਸਿੱਖਾਂ ਨੇ ਵੀ ਅੱਗੋਂ ਲੜਾਈ ਕੀਤੀ ਅਰ ਉਸ ਨੂੰ ਮਾਰ ਦਿੱਤਾ। ਤਦ ਤਾਂ ਅੱਗ ਦਾ ਅਵਾਡਾ ਹੋ ਗਿਆ ਅਰ ਕ੍ਰੋਧ ਵਿੱਚ ਭਰ ਕੇ ਬੋਲਿਆ, ਮੈਂ ਖੱਤਰੀ ਹਾਂ, ਜੇਕਰ ਸਿੱਖਾਂ ਦਾ ਬੀਜ ਨਾਸ਼ ਕਰ ਦਿਆ ਤਾਂ। ਬਸ ਜੀ ਉਸੇ ਵੇਲੇ ਲਾਹੌਰ ਦੇ ਨਵਾਬ ਕੋਲ ਜਾ ਪਿੱਟਿਆ ਕਿ ਵੇਖ, ਤੇਰੇ ਰਾਜ ਵਿੱਚ ਸਿੱਖਾਂ ਨੇ ਮੇਰਾ ਭਰਾ ਮਾਰ ਸੁੱਟਿਆ ਹੈ ਅਰ ਕਿਸੇ ਬੋੜਾ ਨਾ ਕੀਤੀ। ਹੁਣ ਮੈਂ ਸਿੱਖਾਂ ਦਾ ਨਾਸ਼ ਕੀਤਾ ਚਾਹੁੰਦਾ ਹਾਂ। ਤਦ ਨਵਾਬ ਨੇ ਕਿਹਾ, ਲਖਪਤ ਰਾਏ, ਜੇ ਤੂੰ ਇਹ ਕੰਮ ਕਰੇ ਤਾਂ ਹੋਰ ਕੀ ਲੋੜੀਂਦਾ ਹੈ? ਤੁਹਾਨੂੰ ਪਤਾ ਹੈ ਕਿ ਲਾਹੌਰ ਦੇ ਨਵਾਬ ਜਹਾਂ ਖਾਂ ਨੂੰ ਪਿਓ ਨਾਲੋਂ ਬਹੁਤਾ ਸ਼ੌਂਕ ਸਿੱਖਾਂ ਨੂੰ ਮਾਰਨ ਦਾ ਹੈ। ਸਰਕਾਰੀ ਤੋਪਖਾਨਾ ਖੋਜਾ, ਜੋ ਜੀ ਚਾਹੇ ਲੈ, ਇਹਨਾਂ ਦਾ ਖੁਰਾ ਖੋਜ ਮੁਕਾ। ਬਸ ਜੀ, ਲਖਪਤ ਨੂੰ ਕੀ ਚਾਹੀਦਾ ਸੀ? ਲਾਹੌਰ ਤੋਂ ਹੀ ਸਿੱਖਾਂ ਦੇ ਕਤਲ ਤੇ ਉਹਨਾਂ ਨੂੰ ਦੁੱਖ ਦੇਣਾ ਆਰੰਭ ਕਰ ਦਿੱਤੇ। ਸੋ ਜੋ ਸਿੱਖ ਲਾਹੌਰ ਦੇ ਕਿਸੇ ਦਰਵਾਜ਼ੇ ਵਿੱਚੋਂ ਲੰਘੇ, ਉੱਥੇ ਹੀ ਫੜਿਆ ਜਾਵੇ ਤੇ ਮਾਰਿਆ ਜਾਵੇ। 2-3 ਦਿਨ ਇਹ ਹਾਲ ਰਿਹਾ ਤੇ ਅਨੇਕਾਂ ਸਿੱਖ ਮਾਰੇ ਗਏ। ਇਹ ਯੋਧੇ ਨਹੀਂ, ਸ਼ਹਿਰੀ ਵਸੋਂ ਦੇ ਸਿੱਖ ਸਨ। ਵੱਡੇ ਵੱਡੇ ਸੋਹਣੇ ਜਵਾਨ ਵਿਲਖਦੇ ਬਾਲ ਵਹੁਟੀਆਂ ਤੇ ਮਾਵਾਂ ਛੱਡ ਕੇ ਕਾਮ-ਕਾਜ ਗਏ ਹੋਏ ਹੀ ਮੌਤ ਦਾ ਸ਼ਿਕਾਰ ਹੋ ਗਏ। ਪਰ ਵਾਹ ਵਾਹ ਖਾਲਸਾ ਜੀ, ਕਿਸੇ ਨੇ ਧਰਮ ਵੱਲੋਂ ਮੂੰਹ ਨਹੀਂ ਮੋੜਿਆ, ਹੱਸ-ਹੱਸ ਕੇ ਜਾਨਾਂ ਦਿੰਦੇ ਰਹੇ। ਇੱਕ ਦਿਨ ਦੀ ਗੱਲ ਹੈ ਕਿ ਭਾਈ ਹਰਕੀਰਤ ਸਿੰਘ ਜੀ ਆਪਣੀ ਸਿੰਘਣੀ ਦੇ ਭੁਜੰਗੀ ਸਮੇਤ ਲਾਹੌਰ ਆ ਗਏ। ਉਹਨਾਂ ਨੂੰ ਕੀ ਖਬਰ ਸੀ ਜੋ ਸ਼ਹਿਰ ਵਿੱਚ ਕਹਿਰ ਵਰਤ ਰਿਹਾ ਹੈ। ਅਜੇ ਸੁਨਹਿਰੀ ਮਸੀਹ ਤੋਂ ਦੁਰਾਡੇ ਹੀ ਸਨ ਕਿ ਲਖਪਤ ਸਾਹਮਣੇ ਪਾਸਿਓਂ ਘੋੜੇ ਤੇ ਚੜਿਆ ਆ ਗਿਆ। ਭਾਈ ਜੀ ਨੂੰ ਵੇਖ ਕੇ ਖੜਾ ਹੋ ਕੇ ਬੋਲਿਆ ਕਿ ਅਜੇ ਤੋੜੀ ਦਿਨ ਦਿਹਾੜੇ ਲਾਹੌਰ ਵਿੱਚ ਸਿੱਖ ਫਿਰ ਰਹੇ ਹਨ।
हे राम ਇਹ ਕਾਡਿਆਂ ਦਾ ਭੌਣ ਕਦ ਸਿਮਟੀ ਵੇਗਾ। ਸਿਪਾਹੀਓ ਇਹ ਸਿੱਖ ਨੂੰ ਪਕੜ ਲਓ। ਭਾਈ ਹੋਰ ਝਟਪਟ ਫੜੇ ਗਏ। ਜਦ ਦੀਵਾਨ ਦੇ ਨੇੜੇ ਆਏ ਤਾਂ ਆਖਣ ਲੱਗੇ, ਕਿਸ ਕਸੂਰ ਬਦਲੇ ਸਾਨੂੰ ਫੜਿਆ ਹੈ। ਲਖਪਤ ਰਾਏ ਨੇ ਕਿਹਾ, ਸਿੱਖ ਹੋਣਾ ਘੋਰ ਪਾਪ ਹੈ, ਇਸ ਦੇ ਬਦਲੇ ਫੜਿਆ ਹੈ। ਹੁਣ ਜਾਂ ਤਾਂ ਇਸ ਧਰਮ ਨੂੰ ਛੱਡੋ ਜਾਂ ਪਿਆਰੀ ਜਾਨ ਤੋਂ ਹੱਥ ਧੋ ਬੈਠੋ। ਹਰਕੀਰਤ ਸਿੰਘ ਸਤ ਬਚਨ ਜੋ ਆਪਦੀ ਇੱਛਾ। ਇਹ ਅਨਿਆਏ ਚੰਗਾ ਤਾਂ ਨਹੀਂ, ਪਰ ਡਾਢੇ ਨਾਲ ਕੀ ਚਾਰਾ। ਤੁਸੀਂ ਜ਼ਰੂਰ ਸਰੀਰ ਲੈ ਹੀ ਲੈਣਾ ਹੈ ਤਾਂ ਵਾਹ ਵਾਹ। ਲਖਪਤ ਰਾਏ ਸਿੱਖੀ ਨਹੀਂ ਛੱਡੋਗੇ। ਹਰਕੀਰਤ ਸਿੰਘ ਇਹ ਬਚਨ ਕੰਨੀ ਪੀ ਨਾ ਪਾਓ। ਜੋ ਕੁਛ ਕਰਨਾ ਹੈ ਕਰ ਲੋ। ਲਖਪਤ ਰਾਏ ਇਹ ਤੀਵੀ ਦੇ ਮੁੰਡਾ ਕਿਸਦਾ ਹੈ। ਹਰਕੀਰਤ ਸਿੰਘ ਸਭ ਕੁਛ ਗੁਰੂ ਜੀ ਦਾ ਹੀ ਹੈ। ਲਖਪਤ ਰਾਏ ਤੇਰਾ ਵੀ ਕੁਛ ਹੈ। ਹਰਕੀਰਤ ਸਿੰਘ ਮੇਰਾ ਕੁਛ ਵੀ ਨਹੀਂ, ਜੋ ਕੁਛ ਹੈ ਗੁਰੂ ਦਾ ਹੈ। ਮੇਰਾ ਤਾਂ ਆਪਣਾ ਆਪ ਵੀ ਗੁਰੂ ਦਾ ਹੈ। ਲਖਪਤ ਰਾਏ ਗੱਲਾਂ ਦਲੇਰੀਆਂ ਦਾ ਹਨ, ਪਰ ਮੌਤ ਬੁਰੀ ਬਲਾ ਹੈ। ਹਰਕੀਰਤ ਸਿੰਘ ਪਰਮੇਸ਼ਰ ਤੋਂ ਵਿਛੜੇ ਹੋਇਆਂ ਲਈ, ਗੁਰੂ ਦੇ ਸੇਵਕਾਂ ਲਈ ਤਾਂ ਪਿਆਰੀ ਚੀਜ਼ ਹੈ। ਲਖਪਤ ਰਾਏ ਨੌਕਰਾਂ ਵੱਲ ਤੱਕ ਕੇ, ਸਿਪਾਹੀਓ ਇਸ ਸਿੱਖ ਨੂੰ ਮਾਰ ਦਿਓ ਤੇ ਇਸ ਦੀ ਵੋਟੀ ਪੁੱਤਰ ਨੂੰ ਜਾਨ ਬੇਗ ਪਾਸ ਦੇ ਆਓ, ਮੁਸਲਮਾਨ ਬਣਾ ਲਵੇ। ਇਹ ਬਚਨ ਉਹਦੇ ਮੂੰਹ ਵਿੱਚ ਹੀ ਸਨ ਕਿ ਹਰਕੀਰਤ ਸਿੰਘ ਦੀ ਸਿੰਘਣੀ ਬੈਂਤ ਵਾਂਗੂ ਥਰਨ ਥਰਨ ਕੰਬੀ ਅਤੇ ਰੁਕੀ ਹੋਈ ਆਵਾਜ਼ ਵਿੱਚ ਬੋਲੀ, ਸਾਨੂੰ ਪਹਿਲੇ ਮਰਵਾ ਦੇ, ਤੈਨੂੰ 100 ਗਊ ਦਾ ਪੁੰਨ ਹੋਊ। ਲਖਪਤ ਰਾਏ ਨਹੀਂ ਨਹੀਂ, ਤੁਹਾਡੀ ਸਜ਼ਾ ਇਹੋ ਠੀਕ ਹੈ। ਤੇਰੇ ਨਾਲ ਇਹੋ ਕੁਛ ਹੋਊ। ਮੇਰਾ ਹੁਕਮ ਅਟਲ ਹੈ। ਇਹ ਕਹਿਣ ਦੀ ਢਿੱਲ ਹੋਈ ਕਿ ਉਸ ਧਰਮੀ ਤੀਵੀ ਨੇ ਪੁੱਤਰ ਨੂੰ ਗਲੋਂ ਫੜ ਕੇ ਸਵਾਮੀ ਨੂੰ ਕਿਹਾ, ਮਹਾਰਾਜ ਮੈਂ ਇਸ ਦਾ ਗਲਾ ਘੁੱਟਦੀ ਹਾਂ, ਅਰ ਆਪ ਮੇਰਾ ਘੁੱਟ ਦਿਓ। ਤੁਹਾਨੂੰ ਤਾਂ ਇਹ ਮਾਰ ਹੀ ਦੇਣਗੇ। ਛੇਤੀ ਕਰੋ, ਵਿਕਲਪ ਨਾ ਕਰੋ। ਇਸ ਵੇਲੇ ਧਰਮ ਦੀ ਆਨ ਹੈ। ਪਰ ਸ਼ੌਕ ਹੈ ਕਿ ਸਿਪਾਹੀਆਂ ਨੇ ਇਸਤਰੀ ਨੂੰ ਫੜ ਲਿੱਤਾ ਤੇ ਲਖਪਤ ਵੀ ਡਾਢਾ ਹੈਰਾਨ ਹੋਇਆ ਕਿ ਇਹ ਬੰਦੇ ਕਿਸ ਮਿੱਟੀ ਦੇ ਘੜੇ ਹੋਏ ਹਨ। ਜਾਨ ਤਾਂ ਕੁਛ ਸਮਝਦੇ ਹੀ ਨਹੀਂ। ਬਾਜ਼ਾਰ ਵਿੱਚ ਇਸ ਵੇਲੇ ਭੀੜ ਹੋ ਗਈ ਸੀ। ਅਣਗਿਣਤ ਲੋਕੀ ਤਰਾਹ ਕਰ ਰਹੇ ਸਨ। ਲਖਪਤ ਦੇ ਮਨ ਵਿੱਚ ਖਬਰੇ ਕੀ ਆਈ। ਆਖਣ ਲੱਗਾ ਕਿ ਜਾਓ, ਪਹਿਲਾਂ ਇਸ ਬੱਚੇ ਨੂੰ ਵੱਢਣਾ, ਫਿਰ ਇਸ ਤੀਵੀ ਨੂੰ ਤੇ ਫਿਰ ਇਸ ਸਿੱਖ ਨੂੰ। ਹਾਏ ਰਾਮ, ਮੇਰਾ ਪਿਆਰਾ ਭਰਾ ਇਹਨਾਂ ਦੁਸ਼ਟ ਸਿੱਖਾਂ ਨੇ ਮਾਰ ਦਿੱਤਾ, ਨਹੀਂ ਤਾਂ ਮੈਂ ਕਿਉਂ ਇਹਨਾਂ ਨੂੰ ਮਾਰਦਾ। ਇਸ ਵੇਲੇ ਭੀੜ ਵਿੱਚੋਂ ਫਿਟਕਾਰ ਦੀ ਆਵਾਜ਼ ਆਈ, ਜੋ ਲਖਪਤ ਨਾ ਸਹਾਰ ਕੇ ਛੇਤੀ ਚਲਾ ਗਿਆ। ਉਹ ਤਿੰਨੇ ਜਾਣੇ ਉਸੇ ਦਿਨ ਮਾਰੇ ਗਏ। ਹਰਕੀਰਤ ਸਿੰਘ ਦੀ ਮੌਤ ਸੁਣ ਕੇ ਸ਼ਾਮ ਸਿੰਘ ਵੱਡਾ ਦੁਖੀ ਹੋਇਆ, ਕਿਉਂਕਿ ਸਿੱਖਾਂ ਵਿੱਚ ਉਸ ਸਮੇਂ ਵਿਦਵਾਨ ਬੜੇ ਘੱਟ ਹੁੰਦੇ ਸਨ। ਹਰਕੀਰਤ ਸਿੰਘ ਇੱਕ ਤਕੜਾ ਗਿਆਨੀ ਸੀ, ਅਰ ਨਿਰਾ ਮੁਖ ਗਿਆਨੀ ਹੀ ਨਹੀਂ ਸੀ, ਸਗੋਂ ਕਰਨੀ ਦਾ ਵੀ ਗਿਆਨੀ ਸੀ। ਸਾਰੇ ਸਿੰਘਾਂ ਵਿੱਚ ਇਸ ਦਾ ਵੱਡਾ ਮਾਨ ਸੀ। ਇਸ ਕਰਕੇ ਸ਼ਾਮ ਸਿੰਘ ਨੂੰ ਵੱਡੀ ਸੱਟ ਵੱਜੀ ਤੇ ਕ੍ਰੋਧ ਵਿੱਚ ਭਰ ਕੇ ਬੋਲਿਆ, ਇਸ ਲਖਪਤ ਨਾਲ ਉਹ ਕਰਨੀ ਹੈ ਜੋ ਸਾਰੇ ਪੰਜਾਬ ਵਿੱਚ ਧਾਕ ਪਏ। ਨਿਰਦੋਸ਼ ਤੇ ਐਡੇ ਗੁਣੀ ਪੁਰਸ਼ ਨੂੰ ਇਸ ਨੇ ਬੇਦਰਦੀ ਨਾਲ ਮਾਰਿਆ ਹੈ। ਬਿਜਲਾ ਸਿੰਘ ਸਰਦਾਰ ਜੀ ਕੀ ਹਾਲ ਸੁਣਾਵਾਂ। ਸਾਡੇ ਸਿਰਾਂ ਤੇ ਅਚਰਜ ਦੁੱਖ ਟੁੱਟ ਪਏ ਹਨ। ਘਰਾਂ ਦੀਆਂ ਕੰਧਾਂ ਤੱਕ ਵੈਰੀ ਹੋ ਗਈਆਂ ਹਨ। ਇੱਕ ਗੁਰੂ ਸਾਹਿਬ ਦਾ ਆਸਰਾ ਹੈ ਜੋ ਅਸੀਂ ਕਿਸੇ ਥੋਂ ਨਹੀਂ ਲਈਦੇ, ਨਹੀਂ ਤਾਂ ਵੈਰੀਆਂ ਨੇ ਸਾਡਾ ਬੀਜ ਨਾਸ਼ ਕਰ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ। ਦੇਖੋ, ਜਦ ਭਾਈ ਹਰਕੀਰਤ ਸਿੰਘ ਤੇ ਉਹਨਾਂ ਦੀ ਸਿੰਘਣੀ ਤੇ ਪੁੱਤ ਦੀਆਂ ਲੋਥਾਂ ਸਿੰਘਾਂ ਨੇ ਹੌਸਲੇ ਕਰਕੇ ਮੰਗੀਆਂ ਅਰ ਲੈ ਕੇ ਦਾਹ ਕਰ ਆਏ ਤਾਂ ਲਖਪਤ ਦੇ ਆਦਮੀ ਅੱਗੇ ਖੜੇ ਸਨ। ਝੱਟ ਸਿੰਘ ਫੜੇ ਗਏ ਅਰ ਸ਼ਹੀਦ ਕੀਤੇ ਗਏ। ਸਰਦਾਰ ਅੱਛਾ, ਕੀ ਹੋਇਆ? ਆਪਣੀ ਮੌਤ ਨੂੰ ਵਾਜਾ ਮਾਰ ਰਿਹਾ ਹੈ। ਹਾਂ, ਅਸਾਂ ਕੱਲ ਹੀ ਸੁਣਿਆ ਸੀ ਕਿ ਲਖੂ ਨੇ ਪਹਿਲੀ ਕਤਲਾਮ ਆਪਣੇ ਮੁਲਾਜ਼ਮ ਸਿੱਖਾਂ ਦੀ ਕੀਤੀ ਸੀ। ਉਸ ਦਿਨ ਮੱਸਿਆ ਸੀ ਦੀਵਾਨ ਕੋੜਾ ਮੱਲ, ਕਸ਼ਮੀਰਾ ਮੱਲ, ਲੱਛੀ ਰਾਮ, ਸੂਰਤ ਸਿੰਘ ਦੀਵਾਨ, ਦਿਲੇ ਰਾਮ, ਹਰੀ ਮੱਲ, ਬਹਲੂ ਮੱਲ ਆਦਿ ਸਿਰਕਦੇ ਤੇ ਸ਼ਹਿਰ ਦੇ ਲੋਕ ਲਖੂ ਪਾਸ ਆਏ ਕਿ ਬੇਗੁਨਾਹ ਹਨ, ਇਹਨਾਂ ਨੂੰ ਨਾ ਮਾਰੋ। ਪਰ ਉਸ ਨੇ ਇੱਕ ਨਾ ਮੰਨੀ।
ਬਿਜਲਾ ਸਿੰਘ, ਇਹ ਗੱਲ ਠੀਕ ਹੈ। ਹਾਂ ਸੱਚ, ਹੋਰ ਗੱਲ ਸੁਣੋ। ਦਰਬਾਰ ਸਾਹਿਬ ਕੁਝ ਚਿਰ ਤੋਂ ਪਹਿਰਾ ਨਹੀਂ ਹੈ। ਇੱਕ ਦਿਨ ਲਖਪਤ ਨੂੰ ਜਾਸੂਸ ਨੇ ਦੱਸਿਆ ਕਿ ਸਿੱਖਾਂ ਦਾ ਇੱਕ ਗੁਰਪੁਰਬ ਨੇੜੇ ਹੈ। ਅੰਮ੍ਰਿਤਸਰ ਦੇ ਮੰਦਰ ਵਿੱਚ ਸਾਰੇ ਇਕੱਠੇ ਹੋਣਗੇ। ਇਸ ਨਾਲੋਂ ਚੰਗਾ ਵੇਲਾ ਇਹਨਾਂ ਦਾ ਮੁਕਾਉਣ ਦਾ ਹੋਰ ਕੋਈ ਨਹੀਂ। ਲਖਪਤ ਨੇ ਝੱਟ ਨਵਾਬ ਨਾਲ ਗੱਲ ਕਰਕੇ ਇਸ ਕੰਮ ਨੂੰ ਸਿਰ ਚੜ੍ਹਾਉਣ ਦਾ ਉਪਾਅ ਵੀ ਕੱਢ ਲਿਆ। ਪਰ ਇਹ ਖਬਰ ਦੀਵਾਨ ਕੌੜਾ ਮੱਲ ਔਰ ਦੀਵਾਨ ਸੂਰਤ ਸਿੰਘ ਨੂੰ ਲੱਗ ਗਈ। ਉਸਨੇ ਲਖਪਤ ਨੂੰ ਬਹੁਤ ਸਮਝਾਇਆ ਕਿ ਦੇਖ, ਇਹ ਸਿੱਖ ਲੋਕ ਸਾਡੀਆਂ ਹੀ ਬਾਹਾਂ ਹਨ, ਸਾਡਾ ਆਪਣਾ ਅੰਗ ਹਨ। ਇਹਨਾਂ ਨਾਲ ਵੈਰ ਕਰਨਾ ਆਪਣੇ ਪੈਰੀ ਆਪ ਕੁਹਾੜਾ ਮਾਰਨਾ ਹੈ। ਹਿੰਦੂ ਹੋ ਕੇ ਹਿੰਦੂ ਨੂੰ ਹੀ ਮਰਵਾਈਏ ਤਾਂ ਗਰਕੀ ਆ ਗਈ। ਤੇਰਾ ਇੱਕ ਭਰਾ ਇਹਨਾਂ ਮਾਰਿਆ ਸੀ, ਸਾਨੂੰ ਵੀ ਸ਼ੌਕ ਹੈ। ਉਂਝ ਸੋਚੋ ਤਾਂ ਭਾਈ ਮਣੀ ਸਿੰਘ ਦੇ ਪਕੜਾਉਣ ਵਿੱਚ ਉਸ ਦਾ ਹਿੱਸਾ ਸੀ, ਜਿਸ ਦਾ ਸਿੱਖਾਂ ਨੂੰ ਗੁੱਸਾ ਸੀ। ਪਰ ਖੈਰ, ਜੇ ਤੁਹਾਨੂੰ ਰੋਹ ਹੈ ਤਾਂ ਤੁਹਾਨੂੰ ਜੋਗ ਇਹ ਸੀ ਕਿ ਜੋ ਭਰਾ ਦੇ ਕਾਤਲਾਂ ਨੂੰ ਮਾਰਦੇ ਜਾਂ ਸ਼ਸਤਰਧਾਰੀਆਂ ਨਾਲ ਲੜਦੇ। ਨਿਰਦੋਸ਼ ਮਨੁੱਖਾਂ ਤੇ ਤੀਵੀਆਂ ਅਰ ਮਾਸੂਮ ਬਾਲਾਂ ਨੇ ਤੁਹਾਡਾ ਕੀ ਵਿਗਾੜਿਆ ਹੈ? ਭਾਈ ਹਰਕੀਰਤ ਸਿੰਘ ਜੇ ਗੁਣੀ ਨੂੰ ਮਰਵਾ ਦਿੱਤਾ, ਤੇਰੇ ਹੱਥ ਕੀ ਲੱਗਾ? ਅੱਗੇ ਹੀ ਸਾਡੇ ਵਿੱਚ ਐਸਾ ਗੁਣੀ ਕੋਈ ਨਹੀਂ, ਉਤੋਂ ਤੂੰ ਦਾਤਰੀ ਫੜ ਲਈ ਹੈ। ਖੈਰ, ਹੁਣ ਜੋ ਬੀਤੀ ਸੋ ਬੀਤੀ, ਅੱਗੇ ਨੂੰ ਹੀ ਬਸ ਕਰ ਤੇ ਅੰਮ੍ਰਿਤਸਰ ਜਾਣ ਦਾ ਸੰਕਲਪ ਛੱਡ ਦੇ। ਲਖਪਤ ਰਾਏ, ਭਰਾਵੋ, ਸੱਚ ਆਖਦੇ ਹੋ, ਪਰ ਜਿਸ ਤਨ ਲੱਗੇ ਸੋਈ ਜਾਣੇ। ਕੌਣ ਜਾਣੇ ਪੀਰ ਭਰਾਈ, ਭਰਾ ਮੋਏ ਦਾ ਸੱਲ ਤਾਂ ਮੈਨੂੰ ਹੈ, ਕਿਸੇ ਹੋਰ ਨੂੰ ਤਾਂ ਨਹੀਂ। ਸੂਰਤ ਸਿੰਘ, ਸੱਚ ਹੈ, ਪਰ ਇੰਨੇ ਖੂਨ ਕਰਨ ਨਾਲ ਤੁਹਾਡਾ ਭਰਾ ਜਿਉਂ ਤਾਂ ਨਹੀਂ ਪਿਆ। ਕੌੜਾ ਮੱਲ, ਦੀਵਾਨ ਜੀ, ਜਰਾ ਵਿਚਾਰ ਤੋਂ ਕੰਮ ਲਓ, ਹੁਣ ਸੰਭਲ ਜਾਓ, ਬਥੇਰੀ ਹੋ ਚੁੱਕੀ। ਲਖਪਤ, ਹਾਏ, ਮੇਥੋਂ ਸਹਾਰਾ ਨਹੀਂ ਹੁੰਦਾ, ਤੁਸੀਂ ਐਵੇਂ ਨਾ ਔਖੇ ਹੋਵੋ, ਮੇਰਾ ਜੀ ਨਹੀਂ ਮੰਨਦਾ। ਗੱਲ ਕਿ ਉਹ ਦੋਵੇਂ ਸੱਜਣ ਪੁਰਖ ਟੱਕਰਾਂ ਮਾਰ ਕੇ ਚਲੇ ਆਏ, ਉਸ ਅੜ ਮੰਨੇ ਇੱਕ ਨਾ ਮੰਨੀ। ਇਹ ਦੋਵੇਂ ਜਣੇ ਉਸੇ ਵੇਲੇ ਅੰਮ੍ਰਿਤਸਰ ਤੁਰ ਪਏ ਅਰ ਸ਼ਹਿਰ ਵਿੱਚ ਪਹੁੰਚ ਕੇ ਰਾਤੋਂ ਰਾਤ ਸਭਨਾਂ ਦੇ ਘਰੀ ਜਾ ਕੇ ਦੱਸ ਦਿੱਤਾ ਕਿ ਲਖਪਤ ਨੇ ਕੱਲ ਕਤਲਾਮ ਕਰਨਾ ਹੈ। ਜੋ ਮੰਦਰ ਜਾਏਗਾ ਮਾਰਿਆ ਜਾਏਗਾ, ਇਸ ਕਰਕੇ ਕੱਲ ਕੋਈ ਮੰਦਰ ਨਾ ਜਾਵੇ। ਇਹ ਕੰਮ ਕਰਕੇ ਲਾਗੇ ਦੇ ਸਾਰੇ ਪਿੰਡਾਂ ਦੇ ਰਸਤਿਆਂ ਵਿੱਚ ਆਪਣੇ ਆਦਮੀ ਖੜੇ ਕਰ ਦਿੱਤੇ ਕਿ ਜੋ ਸਿੱਖ ਸ਼ਹਿਰ ਆਉਂਦਾ ਮਿਲੇ, ਪਿੱਛੇ ਮੋੜ ਦਿਓ ਕਿ ਸਰਕਾਰੀ ਹੁਕਮ ਬੰਦ ਹੈ। ਧਰਮੀ ਪੁਰਖਾਂ ਨੇ ਸ਼ੁਭ ਉਦਮ ਸਿਰੇ ਚਾੜਿਆ, ਪਰ ਲਖਪਤ ਹੋਰਾਂ ਸਵੇਰੇ ਹੀ ਢੇਰ ਸਾਰੇ ਸਿਪਾਹੀ ਦਰਬਾਰ ਸਾਹਿਬ ਜੀ ਦੇ ਲਾਗੇ ਲੁਕਾ ਦਿੱਤੇ ਤੇ ਆਪ ਕੱਚੀ ਅਟਾਰੀ ਉੱਤੇ ਬੈਠ ਕੇ ਤਮਾਸ਼ਾ ਵੇਖਣ ਲੱਗਾ। ਉਧਰ ਸਵੇਰ ਹੋਈ ਦੇਖ ਕੇ ਦੀਵਾਨ ਕੌੜਾ ਮੱਲ ਤੇ ਸੂਰਤ ਸਿੰਘ ਵੀ ਘੋੜਿਆਂ ਤੇ ਚੜ੍ਹ ਕੇ ਲਖਪਤ ਦੀ ਹੇਠੀ ਹੁੰਦੀ ਵੇਖਣ ਨੂੰ ਤੁਰੇ। ਪਰ ਹਾਏ ਸ਼ੌਕ, ਜਦ ਮੰਦਰ ਦੇ ਨੇੜੇ ਪਹੁੰਚੇ ਤਾਂ ਸਿੱਧਗੀ ਸਿੱਖਾਂ ਦੇ ਸਿੰਘਣੀਆਂ ਦੇ ਸ਼ਬਦਾਂ ਦੀ ਧੁਨੀਆਂ ਦਾ ਆਨੰਦਮਈ ਰਸ ਬਰਖਾ ਵਾਂਗ ਬਰਸਦਾ ਨਜ਼ਰ ਆਇਆ। ਦੋਵੇਂ ਦੀਵਾਨ ਹੱਕੇ ਬੱਕੇ ਹੋ ਗਏ ਔਰ ਉਂਗਲਾਂ ਟੁੱਕ ਕੇ ਰਹਿ ਗਏ। ਇਹ ਪਿਆਰੇ ਸਿੱਖ ਕਿਸ ਮਿੱਟੀ ਦੇ ਘੜੇ ਹੋਏ ਹਨ, ਮੌਤ ਨੂੰ ਤਾਂ ਕੁਝ ਜਾਣਦੇ ਹੀ ਨਹੀਂ। ਇਹ ਧਰਮ ਦੇ ਵੀਰ ਹਨ। ਹਾਏ ਸ਼ੌਕ, ਕੀ ਲਖੂ ਇਹਨਾਂ ਬਹਾਦਰਾਂ ਦੇ ਲਹੂ ਨਹਾਏਗਾ? ਮਨ ਵਿੱਚ ਕੁਝ ਵਿਚਾਰ ਕੇ ਦੋਵੇਂ ਜਣੇ ਘੋੜਿਆਂ ਨੂੰ ਅੱਡੀ ਲਾ ਤੰਬੂਆਂ ਵੱਲ ਮੁੜੇ। ਦਰਸ਼ਨੀ ਡਿਉੜੀ ਦੇ ਕੋਲ ਵਾਰ ਸਨ ਕਿ ਇੱਕ ਜਵਾਨ ਤੀਵੀਂ ਨਜ਼ਰ ਆਈ, ਜਿਸ ਦੀ ਸੁੰਦਰਤਾ ਪੁੰਨਿਆਂ ਦੇ ਚੰਦ ਵਰਗੀ ਸੀ। ਕਸਮੈਲੜਾ ਕੱਪੜਾ ਉੱਤੇ ਕੀਤਾ ਹੋਇਆ ਤੇ ਨਾਲ ਇੱਕ 9 ਵਰ੍ਹੇ ਦਾ ਬਾਲ ਸੀ। ਦੋਵੇਂ ਜਣੇ ਕੁਝ ਪੜ੍ਹਦੇ ਆਂਦੇ ਸਨ। ਅੱਗੇ ਵਧ ਕੇ ਦੀਵਾਨ ਕੌੜਾ ਮੱਲ ਨੇ ਪੁੱਛਿਆ, ਕਿੱਧਰ ਚੱਲੇ ਹੋ ਤੀਵੀਂ? ਸ੍ਰੀ ਦਰਬਾਰ ਸਾਹਿਬ ਜੀ ਨੂੰ। ਸੂਰਤ ਸਿੰਘ ਦਾ ਚਿਹਰਾ ਲਾਲ ਹੋ ਗਿਆ। ਅੱਗੇ ਹੋ ਕੇ ਬੋਲਿਆ, ਕਿੱਥੋਂ ਆਈ ਹੈ? ਤੈਨੂੰ ਕਿਸੇ ਰੋਕਿਆ ਨਹੀਂ? ਵੱਡੇ ਧੀਰਜ ਨਾਲ ਤੀਵੀਂ ਨੇ ਉੱਤਰ ਦਿੱਤਾ, ਜੀ ਮੈਂ ਤੁੰਗਾ ਤੋਂ ਆਈ ਹਾਂ। 2 ਆਦਮੀ ਰਾਹ ਵਿੱਚ ਖੜੇ ਸਨ। ਉਹਨਾਂ ਆਖਿਆ ਕਿ ਮੰਦਰ ਨਾ ਜਾਓ, ਮਾਰੇ ਜਾਓਗੇ। ਸੋ ਉੱਥੇ ਮੁੜ ਕੇ ਪੈਲੀਆਂ ਵਿੱਚ ਦੀ ਲੁੱਕ ਕੇ ਲੰਘ ਆਈ ਹਾਂ ਤੇ ਰਾਹ ਵਟਾ ਕੇ ਆਈ ਹਾਂ। ਕੌੜਾ ਮੱਲ, ਤੈਨੂੰ ਜਾਨ ਪਿਆਰੀ ਨਹੀਂ? ਤੀਵੀਂ, ਮਹਾਰਾਜ ਜੀ, ਜਾਨ ਨਾਲੋਂ ਵੱਧ ਕੇ ਹੋਰ ਕੀ ਪਿਆਰਾ ਹੋਣਾ ਹੈ, ਪਰ ਅੰਤ ਜਾਨ ਨੇ ਚਲੇ ਜਾਣਾ ਹੈ, ਧਰਮ ਨੇ ਸਾਥ ਨਹੀਂ ਛੱਡਣਾ। ਇਸ ਕਰਕੇ ਜਾਨ ਨੂੰ ਧਰਮ ਦੇ ਕੇ ਤਾਂ ਨਹੀਂ ਨਾ ਬਚਾਣਾ। ਸੂਰਤ ਸਿੰਘ, ਮੰਦਰ ਨਾ ਆਉਂਦਿਓ ਤਾਂ ਧਰਮ ਕਿੱਧਰ ਜਾਂਦਾ? ਤੀਵੀਂ, ਮਹਾਰਾਜ ਜੀ, ਅਜਿਹੇ ਗੁਰਪੁਰਬ ਦੇ ਦਿਨ ਸਤਿਗੁਰਾਂ ਤੋਂ ਬੇਮੁਖ ਹੋਇਆ ਫਿਰ ਢੋਈ ਕਿੱਥੋਂ ਮਿਲਣੀ ਹੈ? ਫਿਰ ਜਾਨ ਬਚਾਉਣ ਦੀ ਖਾਤਰ ਜਿਸ ਨਿਕਾਰੀ ਦੇ ਨਾਲ ਨਿਭਣਾ ਹੀ ਨਹੀਂ ਤੇ ਇਸ ਦੇ ਨਾਲ ਇੱਕ ਦਿਨ ਦਗਾ ਦੇ ਜਾਣਾ ਹੈ। ਪਰ ਧਰਮ ਪਿਆਰਾ
ਉਸ ਵੇਲੇ ਵੀ ਅੰਗ ਸੰਗ ਰਹੇਗਾ। ਜਦੋਂ ਸਭੇ ਤਿਆਗ ਦੇਣਗੇ ਇਹ ਨਾਲ ਹੋਵੇਗਾ। ਸੂਰਤ ਸਿੰਘ ਬੇਬੀ ਤੇਰਾ ਏਡਾ ਜਿਗਰਾ ਕਿੱਥੋਂ ਹੋ ਗਿਆ? ਇਹ ਤੇਰੀ ਉਮਰ ਸੁਖ ਭੋਗਣ ਦੀ ਹੈ, ਤੂੰ ਏਡੀ ਵੈਰਾਗ ਵਾਲੀ ਕਿੱਕਰ ਹੋ ਗਈ? ਤੀਵੀਂ ਗੁਰੂ ਨਾਨਕ ਦੇਵ ਜੀ ਨੇ ਬਾਹੋਂ ਫੜ ਕੇ ਆਪਣੀ ਵੱਲ ਖਿੱਚ ਲਿਆ। ਬਸ ਮੈਨੂੰ ਕੁਛ ਮਾਲੂਮ ਨਹੀਂ। ਹਾਂ ਭਾਈ ਹਰਕੀਰਤ ਸਿੰਘ ਜੀ ਦੀ ਕਥਾ ਅੱਖਾਂ ਅੱਗੇ ਫਿਰ ਰਹੀ ਹੈ। ਕੋੜਾ ਮੱਲ, ਹਾਂ ਉਹ ਵਿਚਾਰ ਵੀ ਮਾਰਿਆ ਗਿਆ। ਤੀਵੀਂ, ਸ੍ਰੀ ਵਾਹਿਗੁਰੂ ਜੀ, ਸੰਤ ਵੀ ਮਰਦੇ ਹਨ। ਸੰਤ ਆਪਣੇ ਘਰਾਂ ਨੂੰ ਜਾਂਦੇ ਹਨ, ਸੰਤਾਂ ਨੂੰ ਮਾਰਨ ਵਾਲਾ ਕੌਣ ਜੰਮਿਆ ਹੈ? ਕੋੜਾ ਮੱਲ, ਅੱਛਾ ਹੁਣ ਤੁਸੀਂ ਮੰਦਰ ਜ਼ਰੂਰ ਜਾਣਾ ਹੈ? ਤੀਵੀਂ, ਜੋ ਸਤਿਗੁਰਾਂ ਨੂੰ ਭਾਵੇ। ਕੋੜਾ ਮੱਲ, ਤੇਰਾ ਸਵਾਮੀ ਨਾਲ ਨਹੀਂ ਆਇਆ? ਤੀਵੀਂ ਜੀ, ਉਹ ਸੱਚਖੰਡ ਨੂੰ ਵਿਦਾ ਹੋ ਚੁੱਕੇ ਹਨ। ਸੂਰਤ ਸਿੰਘ, ਬੀਬੀ ਸਾਡੇ ਕਹੇ ਲੱਗ ਅਰ ਮੁੜ ਜਾ ਅਰ ਇਸ ਬਾਲ ਦੀ ਤੇ ਆਪਣੀ ਜਿੰਦ ਬਚਾ ਲੈ। ਲਖਪਤ ਅੱਗੇ ਬੈਠਾ ਹੈ, ਉਹ ਮਾਰੇ ਬਿਨਾ ਛੱਡੇਗਾ ਨਹੀਂ। ਤੀਵੀਂ, ਸਤ ਬਚਨ ਆਪ ਕਿਰਪਾ ਕਰਕੇ ਰਸਤਾ ਬਖਸ਼ ਦੇਵੋ। ਸੂਰਤ ਸਿੰਘ, ਮਾਈ ਜੀ ਇਸ ਬਾਲ ਪਰ ਵੀ ਤਰਸ ਨਹੀਂ ਆਉਂਦਾ। ਤੀਵੀਂ, ਤਰਸ ਆਇਆ ਹੈ ਤਦੇ ਤਾਂ ਨਾਲ ਲੈ ਕੇ ਆਈ ਹਾਂ, ਨਹੀਂ ਤਾਂ ਪਿੱਛੇ ਨਾ ਛੱਡ ਆਉਂਦੀ। ਮੈਂ ਸੋਚਿਆ ਕਿ ਮੈਂ ਇਕੱਲੀ ਹੀ ਕਿਉਂ ਸੱਚਖੰਡ ਨੂੰ ਜਾਵਾਂ, ਆਪਣੀ ਜਿੰਦ ਦੇ ਟੋਟੇ ਨੂੰ ਪੀ ਲੈ ਜਾਵਾਂ। ਪਿੱਛੇ ਖਬਰੇ ਇਹ ਸਤਿਗੁਰਾਂ ਤੋਂ ਬੇਮੁਖ ਹੋ ਜਾਵੇ, ਉਮਰ ਨਿਆਣੀ ਹੈ। ਕੋੜਾ ਮੱਲ, ਹੈ ਵਾਹਿਗੁਰੂ, ਉਹ ਕੀ ਵਸਤੂ ਹੈ ਜੋ ਤੂੰ ਪਿਆਰਿਆਂ ਸਿੱਖਾਂ ਦੇ ਹਿਰਦੇ ਵਿੱਚ ਪਾਈ ਹੈ? ਹਾਏ ਸ਼ੋਕ, ਲਖਪਤ ਅਜਿਹੇ ਧਰਮੀਆਂ ਨੂੰ ਮਾਰੇਗਾ? ਤੀਵੀਂ, ਮਹਾਂਪੁਰਖੋ ਇਹ ਅੰਮ੍ਰਿਤ ਦਾ ਪ੍ਰਤਾਪ ਹੈ, ਗੁਰੂ ਦੀ ਮਿਹਰ ਹੈ। ਅਰ ਜੇ ਸਿੱਖਾਂ ਨਾਲ ਆਪ ਨੂੰ ਏਡਾ ਪਿਆਰ ਹੈ ਜਿੱਡਾ ਇਸ ਵੇਲੇ ਆਪ ਦੇ ਵਰਤਾਓ ਤੋਂ ਦਿਸ ਰਿਹਾ ਹੈ, ਤਾਂ ਲਖਪਤ ਨਾਲ ਲੜ ਕੇ ਉਸਨੂੰ ਅਜਿਹੇ ਪਾਪ ਤੋਂ ਰੋਕ ਦਿਓ। ਜੇ ਕੋਈ ਰਾਜਨੀਤੀ ਦੀ ਇਸ ਵਿੱਚ ਰੋਕ ਹੈ ਤਾਂ ਕਿਸੇ ਬਨ ਵਿੱਚ ਖਾਲਸੇ ਦੇ ਕਿਸੇ ਜਥੇ ਨੂੰ ਖਬਰ ਘੱਲ ਦਿਓ। ਇਹ ਗੱਲ ਦੋਹਾਂ ਨੂੰ ਤੀਰ ਵਾਂਗੂ ਲੱਗੀ। ਬੀਬੀ ਨੂੰ ਰੋਕ ਨਾ ਸਕੇ ਉਹ ਧਰਮੀ। ਤੀਵੀਂ ਪਾਠ ਕਰਦੀ ਹਰਿਮੰਦਰ ਸਾਹਿਬ ਨੂੰ ਚਲੀ ਗਈ। ਦੋਵੇਂ ਜਾਣੇ ਇਹ ਸਲਾਹ ਪੱਕੀ ਕਰਕੇ ਕਿ ਅੱਜ ਭਾਵੇਂ ਜਾਨ ਜਾਏ ਸਿੱਖਾਂ ਨੂੰ ਬਚਾ ਲੈਣਾ ਹੈ, ਡੇਰੇ ਪਹੁੰਚੇ ਅਰ 25-30 ਅਸਵਾਰ ਜੋ ਉਹਨਾਂ ਦੇ ਨਾਲ ਸਨ ਲੈ ਕੇ ਲਖਪਤ ਪਾਸ ਪਹੁੰਚੇ ਅਰ ਉਸ ਨੂੰ ਬਹੁਤ ਸਮਝਾਇਆ। ਸ਼ੇਖੜ ਉਸਨੇ ਇੰਨਾ ਮੰਨਿਆ ਕਿ ਮੈਨੂੰ ਸੋਚ ਲੈਣ ਦਿਓ। ਅਰ ਵੱਖਰਿਆਂ ਜਾ ਕੇ ਲੱਖੂ ਨੇ ਆਪਣੀ ਸੈਨਾ ਦੇ ਸੈਨਾਪਤੀ ਨੂੰ ਇਹ ਕਿਹਾ ਕਿ ਮੈਂ ਜਾਂਦਾ ਹਾਂ ਅਰ ਇਹ ਹੁਕਮ ਦਿਆਂਗਾ ਕਿ ਕਿਸੇ ਸਿੱਖ ਨੂੰ ਨਾ ਮਾਰਨਾ, ਪਰ ਤੁਸੀਂ ਫੇਰ ਅੱਖ ਬਚਾ ਕੇ ਮੁੜ ਆ ਜਾਣਾ, ਜਾਂ ਕੁਝ ਸਿਪਾਹੀ ਆਪਣੇ ਵਿੱਚੋਂ ਖਿਸਕਾ ਦੇਣੇ ਤੇ ਸਿੱਖਾਂ ਨੂੰ ਮਾਰੀ ਜਾਣਾ। ਗੱਲ ਕੀ ਇਸ ਧੋਖੇ ਵਿੱਚ ਲਿਆ ਕੇ ਲੱਖੂ ਸੈਨਾ ਸਮੇਤ ਦੀਵਾਨ ਕੋੜਾ ਮੱਲ ਤੇ ਸੂਰਤ ਸਿੰਘ ਦੇ ਨਾਲ ਚਲਿਆ ਗਿਆ। ਜਦ ਡੇਰੇ ਪਹੁੰਚ ਗਿਆ ਅਰ ਦੋਵੇਂ ਦੀਵਾਨ ਤਸੱਲੀ ਕਰਕੇ ਆਪਣੇ ਡੇਰੇ ਨੂੰ ਤੁਰ ਗਏ, ਤਦ ਲੱਖੂ ਦੇ 50 ਸਵਾਰ ਘੋੜੇ ਸੁੱਟ ਕੇ ਹਰਿਮੰਦਰ ਪਹੁੰਚੇ। ਹਰਿਮੰਦਰ ਵਿੱਚ ਅੱਗੇ ਭੋਗ ਪੈ ਚੁੱਕਾ ਸੀ। ਸੰਗਤ ਘਰੋਂ ਘਰੀ ਜਾ ਰਹੀ ਸੀ। ਕਈ ਤਾਂ ਨਿਕਲ ਵੀ ਗਏ ਸਨ, ਪਰ ਕਈ ਅਜੇ ਤੁਰੇ ਜਾਂਦੇ ਸਨ, ਜੋ ਲੱਖੂ ਦੇ ਸਿਪਾਹੀਆਂ ਨੇ ਫੜ ਲਿੱਤੀਆਂ। ਤੀਵੀਆਂ ਦੇ ਬਾਲਾਂ ਸਣੇ ਗਾਜਰਾਂ ਵਾਂਗ ਕੱਟ ਕੇ ਰੱਖ ਦਿੱਤੇ। ਦੁਪਹਿਰ ਕੁ ਵੇਲੇ ਖਬਰ ਸੂਰਤ ਸਿੰਘ ਨੂੰ ਲੱਗੀ। ਕੋੜਾ ਮੱਲ ਨਾਲ ਚੱਲ ਕੇ ਉੱਥੇ ਆਏ ਅਰ ਲੋਥਾਂ ਵੇਖ ਕੇ ਫੁੱਟ ਕੇ ਰੋਏ। ਸ਼ੇਕੜ ਲੱਕੜਾਂ ਪਵਾ ਕੇ ਉਹਨਾਂ ਦਾ ਸੰਸਕਾਰ ਉੱਥੇ ਹੀ ਕਰਵਾ ਦਿੱਤਾ ਅਤੇ ਉਸੇ ਦਿਨ ਸਿੱਖ ਜਥੇਦਾਰ ਵੱਲ ਜਾਸੂਸ ਤੋਰ ਦਿੱਤੇ ਕਿ ਪੰਥ ਨੂੰ ਸੰਭਾਲੋ, ਅਰ ਕਈ ਥਾਈਂ ਸਿੱਖਾਂ ਨੂੰ ਖਰਚ ਵਾਸਤੇ ਦਮੜੇ ਵੀ ਘੱਲ ਦਿੱਤੇ ਕਿ ਆਪਣਾ ਆਪ ਬਚਾਅ ਕਰ ਲੋ, ਲੱਖੂ ਆ ਰਿਹਾ ਹੈ। ਜਦ ਬਿਜਲਾ ਸਿੰਘ ਹੁਰੀਆ ਹੋ ਜੇ ਕਈ ਦੁੱਖਾਂ ਦੇ ਸਮਾਚਾਰ ਕਹਿ ਹਟੇ ਤਾਂ ਉਸ ਵੇਲੇ ਰਾਤ ਪੈ ਰਹੀ ਸੀ। ਖਾਲਸਾ ਭੋਜਨ ਛਕ ਚੁੱਕਾ ਸੀ। ਬਲਵੰਤ ਸਿੰਘ ਉੱਠ ਕੇ ਲੰਗਰ ਵੱਲ ਗਿਆ, ਪਰ ਭੈਣ ਅਜੇ ਵੀ ਨਾ ਆਈ। ਹੁਣ ਤਾਂ ਖਾਨਿਓ ਗਈ ਕਿ ਜ਼ਰੂਰ ਕੁਝ ਵਿਘਨ ਹੋਇਆ ਹੈ। ਉਸੇ ਵੇਲੇ ਧਰਮ ਕੌਰ ਨੂੰ ਨਾਲ ਕੀਤਾ ਤੇ 20 ਕੁ ਸਵਾਰਾਂ ਨੂੰ ਸ਼ਸਤਰਧਾਰੀ ਕਰਵਾ ਕੇ ਪਿੰਡ ਦਾ ਰਸਤਾ ਫੜਿਆ। ਰਾਤ ਦਾ ਵੇਲਾ ਚੜ੍ਹਾਈ ਲਹਾਈ ਦਾ ਅਵੇੜਾ ਰਸਤਾ। ਵੱਡੇ ਔਖ ਨਾਲ ਸਿੱਖ ਉਸ ਟਿੱਲੇ ਉੱਤੇ ਗਏ। ਟਿੱਲੇ ਉੱਤੇ ਚੜ੍ਹੇ, ਪੱਗ ਡੰਡੀ ਉੱਪਰ ਇੱਕ ਪਠਾਨ ਦੀ ਲੋਥ ਡਿੱਠੀ ਤਾਂ ਚੰਗੀ ਤਰ੍ਹਾਂ ਭਾਲ ਕੀਤੀ ਕਿ ਇੱਕ ਕਟਾਰ ਲੱਭੀ ਜੋ ਬਲਵੰਤ ਸਿੰਘ ਨੇ ਪਛਾਣੀ ਕਿ ਭੈਣ ਦੀ ਹੈ। ਹੁਣ ਤਾਂ ਪੱਕਾ ਨਿਸ਼ਚਾ ਹੋ ਗਿਆ ਕਿ ਭੈਣ ਕਿਸੇ ਬਲਾ ਵਿੱਚ ਫੇਰ ਫਸ ਗਈ ਹੈ। ਫੁਰਤੀ ਕਰਕੇ ਪਿੰਡ ਵਿੱਚ ਗਏ। ਬਾਜ਼ਾਰ ਦੇ ਲੋਕ ਇਕੱਠੇ ਕਰਕੇ ਪੁੱਛਿਆ ਤੇ ਇਹਨਾਂ ਪਤਾ ਲੱਗਾ ਕਿ ਲੋਡੇ ਵੇਲੇ ਇੱਕ ਡੋਲਾ 5-7 ਤੁਰਕਾਂ ਦੇ ਪਹਿਰੇ ਵਿੱਚ ਇੱਥੋਂ ਲੰਘਿਆ ਹੈ। ਇਹ ਸੁਣ ਕੇ ਬਲਵੰਤ ਸਿੰਘ ਨੇ 2-4 ਕੋਹ ਤੱਕ ਪਿੱਛਾ ਵੀ ਕੀਤਾ, ਪਰ ਹੋਰ ਥਾਂ ਨਾ ਲੱਗਾ। ਸ਼ੇਕੜ ਮੁੜ ਆਏ ਅਰ ਸਾਰੇ ਮੁਖੀ ਪੁਰ ਇਕੱਠੇ ਹੋ ਕੇ ਸਲਾਹਾਂ ਕਰਨ ਲੱਗੇ ਕਿ ਹੁਣ ਕੀ ਕੀਤਾ ਜਾਵੇ। ਸਵੇਰੇ ਕੂਚ ਵੀ ਜ਼ਰੂਰੀ ਕਰਨਾ ਹੈ।